ਗਰੋਸਰੀ ਬੈਨੀਫਿਟ ਜਿਹੜਾ ਅਸੀਂ ਗੱਲ ਕਰਦੇ ਹਾਂ GST ਕ੍ਰੈਡਿਟ ਜਿਹੜਾ ਇੱਕ ਫੈਮਿਲੀ 'ਚ ਜਿਹਦੇ 2 ਬੱਚੇ ਨੇ ਉਹਨੂੰ $467 ਜਿਹੜਾ ਹੈ ਉਹ ਦਿੱਤਾ ਜਾਏਗਾ ਪ੍ਰੋਵਾਈਡਡ ਉਹਦੀ ਇਨਕਮ ਫੈਮਿਲੀ ਦੀ ਇਨਕਮ 30,000 ਤੋਂ ਘੱਟ ਹੋਵੇ। ਹੁਣ ਤੁਸੀਂ ਔਰ ਮੈਂ ਉਹਦੇ 'ਚ ਫੋਲੋ ਕਰਦੇ ਆਈ ਥਿੰਕ ਵੀ ਆਰ ਗੋਇੰਗ ਥਰੂ ਰਿਸੈਸ਼ਨ। ਫਸਟ ਕੁਆਰਟਰ ਦਾ ਰਿਪੋਰਟ ਜਿਹੜੀ ਤੁਹਾਨੂੰ ਮਈ ਜੂਨ ਤੱਕ ਆਏਗੀ ਪਤਾ ਲੱਗ ਜਾਊਗਾ। ਐਕਸਪੈਕਟਡ ਹੈ ਕਿ ਫਸਟ ਕੁਆਰਟਰ ਕੈਨੇਡੀਅਨ ਇਕਾਨਮੀ ਵਿਲ ਸ਼ਰਿੰਕ ਬਾਈ 2%, ਸੈਕੰਡ ਕੁਆਰਟਰ ਵਿਲ ਆਲਸੋ ਸ਼ਰਿੰਕ ਬਾਈ 2.4%। ਦੈਨ ਯੂ ਕੈਨ ਡਿਕਲੇਅਰ ਕਿ ਵੀ ਇਹ ਰਿਸੈਸ਼ਨ ਹੈਗਾ ਆ। ਇਹ ਇੱਕ ਸੈਕਸ਼ਨ ਇਹ ਮਹਿਸੂਸ ਕਰਦਾ ਵੀ ਅਸੀਂ ਜਿਹੜੇ ਜੌਬਸ ਕਰਨ ਵਾਲੇ ਨੇ ਸਪੈਸ਼ਲੀ ਵੀ ਟੈਕਸਿਸ ਜ਼ਿਆਦਾ ਅਸੀਂ ਦਿੰਦੇ ਨੇ। ਟੈਕਸ ਚੋਰੀ ਕਰਨ ਵਾਲਾ ਹਿੱਸਾ ਹੈ ਉਹ ਬਹੁਤ ਵੱਡਾ ਅਤੇ ਉਹਦੇ ਬਾਰੇ ਸਰਕਾਰ ਕੋਲ ਕੁਛ ਹੈ ਨਹੀਂ ਕਰਨ ਵਾਲਾ। ਅਮਰਪਾਲ ਜੀ ਆਇਆਂ ਨੂੰ ਥੈਂਕ ਯੂ ਵੈਰੀ ਮਚ ਸ਼ਮੀਲ ਜੀ, ਆਪ ਜੀ ਨੂੰ ਵੀ ਔਰ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ ਔਰ ਆਦਾਬ ਜੀ। ਅਤੇ ਚਲੋ ਇੱਕ ਤਾਂ ਹੁੰਦੀਆਂ ਨੇ ਆਈਟਮਸ ਵੀ ਕਿ ਆਹ ਬੈਨੀਫਿਟ ਹੋਏਗਾ ਇਹ ਬੈਨੀਫਿਟ ਹੋਏਗਾ, ਪਰ ਇੱਕ ਹੁੰਦੀ ਹੈ ਕਿ ਉਹਦੀ ਓਵਰਆਲ ਡਾਇਰੈਕਸ਼ਨ ਕੀ ਹੈ ਬਜਟ ਦੀ, ਕਿਸ ਪਾਸੇ ਨੂੰ ਲੈ ਕੇ ਜਾ ਰਿਹਾ। ਜੋ ਲਿਖਿਆ ਹੈ ਦੱਸਿਆ ਗਿਆ ਉਹਦੇ ਪਿੱਛੇ ਇੱਕ ਫਿਲਾਸਫੀ ਹੁੰਦੀ ਹੈ, ਉਹਨੂੰ ਸਮਝਣਾ ਹੁੰਦਾ ਆਪਾਂ ਨੇ। ਅਤੇ ਉਸ ਲਿਹਾਜ਼ ਨਾਲ ਜਦੋਂ ਆਪਾਂ ਦੇਖਣਾ ਹੋਵੇ ਤੁਸੀਂ ਕਿਵੇਂ ਸਮਝਦੇ ਹੋ ਇਸ ਬਜਟ ਨੂੰ? ਸ਼ਮੀਲ ਜੀ ਦੇਖੋ, ਮੈਂ ਕਈ ਇਕੋਨਮਿਸਟ ਔਰ ਫਾਈਨੈਂਸ਼ੀਅਲ ਐਨਲਿਸਟ ਨਾਲ ਗੱਲ ਕੀਤੀ ਕੱਲ੍ਹ ਬਜਟ ਆਉਣ ਤੋਂ ਬਾਅਦ। ਦੇयर इज़ ਨਥਿੰਗ ਟੂ ਇਨਫਿਊਜ਼ ਇਨ ਟਰਸਟ। ਕੋਈ ਕਹੋ ਨਾ ਵੀ ਬੜਾ ਉਤਸ਼ਾਹਿਤ ਹੋ ਜਾਓ ਵੀ ਵਾਹ ਬਈ ਬਹੁਤ ਵਧੀਆ ਬਜਟ ਆ ਗਿਆ, ਔਰ ਨਥਿੰਗ ਟੂ ਬੀ ਸਕੇਅਰਡ ਅਬਾਊਟ। ਕਈ ਵਾਰੀ ਹੁੰਦਾ ਹੈ ਕਈ ਲੋਕਾਂ 'ਤੇ ਬਹੁਤ ਜ਼ਿਆਦਾ ਟੈਕਸਿਸ ਦਾ ਭਾਰ ਪੈ ਜਾਂਦਾ ਹੈ, ਕੋਈ ਐਸਾ ਨਹੀਂ ਲੱਗਦਾ। ਇਹ ਬਜਟ ਜੋ ਨਟਸ਼ੈਲ 'ਚ ਮੋਸਟਲੀ ਲੋਕ ਕਹਿ ਰਹੇ ਆ ਵੀ ਇਹ ਪ੍ਰੈਜ਼ੈਂਟ ਸਰਕਮਸਟਾਂਸ ਨੂੰ ਦੇਖ ਕੇ ਨਹੀਂ ਹੈ, ਫਿਊਚਰ ਨੂੰ ਦੇਖ ਕੇ ਹੈ। ਇਸ ਬਜਟ ਦੇ ਅੰਦਰ ਤੁਸੀਂ ਦੇਖੋ ਹੀ ਇਜ਼ ਅ ਮੋਰ ਫੈਮੀਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ, ਹੀ ਵਾਜ਼ ਟਾਕਿੰਗ ਮੋਰ ਅਬਾਊਟ ਵੂਮਨ ਜਿਹੜੇ ਪਿਛਲੇ ਬਜਟ ਹੁੰਦੇ ਸੀ। ਇਸ ਬਜਟ ਦੇ ਅੰਦਰ ਮਿਨਰਲਸ ਔਰ ਇਲੈਕਟ੍ਰੀਸਿਟੀ ਬਾਰੇ ਜ਼ਿਆਦਾ ਜ਼ਿਕਰ ਹੈ ਬਜਾਏ ਵਰਡ ਵੂਮਨ ਬਾਰੇ। ਇਸ ਬਜਟ ਦੇ ਅੰਦਰ ਇਨਵੈਸਟਮੈਂਟ ਬਾਰੇ ਜ਼ਿਆਦਾ ਜ਼ਿਕਰ ਹੈ ਬਜਾਏ ਕਿ ਵਰਕਰਸ। ਸੋ ਦੈਟ ਟੈਲਸ ਯੂ ਦ ਡਾਇਰੈਕਸ਼ਨ ਵੇਅਰ ਵੀ ਆਰ ਮੂਵਿੰਗ ਇਨ। ਔਰ ਇਹ ਬਜਟ ਜਿੱਥੇ ਤੱਕ ਮੈਨੂੰ ਲੱਗਦਾ ਸਰ ਇਸ ਟਾਈਮ ਬਾਇੰਗ ਹੈਗਾ, ਇਸ ਮੋਰ NDP ਨੂੰ ਜਿਹੜਾ ਹੈ ਉਹ ਕਹਿ ਸਕਦੇ ਹਾਂ ਅਪੀਸ ਕੀਤਾ ਗਿਆ ਆ। ਖਾਸ ਤੌਰ 'ਤੇ ਜਿਵੇਂ ਡੈਂਟਲ ਕੇਅਰ ਹੈ ਉਹ ਤਾਂ ਖੁਦ ਵੀ ਜਗਮੀਤ ਸਿੰਘ ਇਸ ਚੀਜ਼ ਦਾ ਕ੍ਰੈਡਿਟ ਲੈਂਦੇ ਆ। ਦੂਸਰਾ ਜਿਹੜਾ ਹੈ ਇਹ ਗਰੋਸਰੀ ਬੈਨੀਫਿਟ ਜਿਹੜਾ ਦਿੱਤਾ ਗਿਆ ਹੈਗਾ। ਹੁਣ ਤੁਸੀਂ ਦੇਖੋ ਜੇ ਮੈਂ ਔਰ ਤੁਸੀਂ ਗੱਲ ਕਰੀਏ ਗਰੋਸਰੀ ਬੈਨੀਫਿਟ ਜਿਹੜਾ ਅਸੀਂ ਗੱਲ ਕਰਦੇ ਹਾਂ GST ਕ੍ਰੈਡਿਟ ਜਿਹੜਾ ਇੱਕ ਫੈਮਿਲੀ 'ਚ ਜਿਹਦੇ 2 ਬੱਚੇ ਨੇ ਉਹਨੂੰ $467 ਜਿਹੜਾ ਹੈ ਉਹ ਦਿੱਤਾ ਜਾਏਗਾ ਪ੍ਰੋਵਾਈਡਡ ਉਹਦੀ ਇਨਕਮ ਫੈਮਿਲੀ ਦੀ ਇਨਕਮ 30,000 ਤੋਂ ਘੱਟ ਹੋਵੇ। ਹੁਣ ਤੁਸੀਂ ਔਰ ਮੈਂ ਉਹਦੇ 'ਚ ਫੋਲੋ ਕਰਦੇ ਹਾਂ ਨਹੀਂ। ਚਲੋ ਉਹਦੇ 'ਚ ਤਾਂ ਮੇਰਾ ਖਿਆਲ ਹੈ ਵੀ 11 ਮਿਲੀਅਨ ਕੈਨੇਡੀਅਨਸ ਹੈਗੇ ਨੇ। ਹਾਂਜੀ ਕੁਛ ਮਤਲਬ ਮੈਂ ਤੁਹਾਨੂੰ ਦੱਸ ਰਿਹਾ ਵੀ ਆਮ ਜੇ ਅਸੀਂ ਆਪਣੇ ਤੁਸੀਂ ਸਰੋਤਿਆਂ ਦੀ ਗੱਲ ਕਰੋ ਤਾਂ ਦੇयर इज़ ਨਥਿੰਗ ਮਚ ਅਬਾਊਟ ਐਕਸੈਪਟ ਦ ਡੈਂਟਲ ਕੇਅਰ ਪਲਾਨ ਜਿਹੜਾ ਕਿ ਐਕਸਪੈਂਡ ਕੀਤਾ ਗਿਆ ਹੈ ਇਚ ਟੀਨੇਜਰਸ ਔਰ ਸੀਨੀਅਰਸ ਔਰ ਜਿਹੜੇ ਹੈ ਪੀਪਲ ਵਿਦ ਅ ਡਿਸੇਬਿਲਿਟੀ, ਉਹ ਜਿਹੜੇ ਹੈ ਇਹਦੇ 'ਚ ਐਕਸਪੈਂਡ ਕੀਤੇ ਜਾਣਗੇ। ਇਹ ਵੀ ਉਹਨਾਂ ਲੋਕਾਂ ਲਈ ਹੈ ਜਿਨ੍ਹਾਂ ਦੀ ਇਨਕਮ ਕਹਿ ਲਓ ਕਿ 70,000 ਤੋਂ ਘੱਟ ਹੈ ਤਾਂ ਉਹਨਾਂ ਨੂੰ ਕੋਆ ਪੇਮੈਂਟ ਨਹੀਂ ਹੈਗੀ, ਔਰ ਜਿਨ੍ਹਾਂ ਦੀ ਇਨਕਮ 90,000 ਤੱਕ ਹੈਗੀ ਆ 70 to 90 ਦੇ ਵਿਚਕਾਰ ਹੋਏਗੀ ਤਾਂ ਉਹਨਾਂ ਨੂੰ ਕੋਆਪ ਪੇਮੈਂਟ ਕਰਨੀ ਪਏਗੀ। ਤੀਸਰੀ ਗੱਲ ਜਿਹੜੀ ਹੁਣੇ ਮੈਂ ਗੱਲਬਾਤ ਸੁਣ ਵੀ ਰਿਹਾ ਸੀ ਵੀ ਇਹ ਗੱਲ ਅੱਛੀ ਕੀਤੀ ਗਈ ਹੈ ਕਿ ਜਿਹੜੇ ਕੈਨੇਡੀਅਨਸ ਨੇ ਉਹਨਾਂ ਨੂੰ ਇਨਕਰੇਜ ਕੀਤਾ ਗਿਆ ਫ੍ਰੀ ਆਫ ਪੇਮੈਂਟ ਜਿਹੜੀ ਟੈਕਸ ਰਿਟਰਨ ਫਾਈਲ ਕੀਤੀ ਜਾਏਗੀ, ਬਟ ਦੈਟ ਇਜ਼ ਓਨਲੀ ਇਨਵੀਟੇਸ਼ਨ ਬੇਸਿਸ 'ਤੇ। ਇਹ ਨਹੀਂ ਹੈ ਕਿ ਹਰ ਇੱਕ ਕੈਨੇਡੀਅਨ ਦੀ 7.5 ਲੱਖ ਕੈਨੇਡੀਅਨਸ ਨੂੰ ਲੈਟਰ ਜਾਏਗੀ ਜਾਂ ਇੰਟੀਮੇਸ਼ਨ ਕੀਤਾ ਜਾਏਗਾ ਵੀ ਇਹ ਲੋਕ ਕਾਲ ਕਰਨ ਥਰੂ ਫੋਨ ਤੁਸੀਂ ਜਿਹੜਾ ਹੈ ਜਾਂ ਤੁਹਾਨੂੰ ਕਿਹਾ ਜਾ ਕਿੱਥੇ ਆਉਣਾ ਆ, ਤੁਹਾਡੀ ਇਨਕਮ ਟੈਕਸ ਰਿਟਰਨ ਜਿਹੜੀ ਆ ਉਹ ਫ੍ਰੀ ਆਫ ਕਾਸਟ ਕੀਤੀ ਜਾਏਗੀ। ਇਹ ਇਨਵੀਟੇਸ਼ਨ ਉਹਨਾਂ ਲੋਕਾਂ ਨੂੰ ਜਾਏਗੀ ਜਿਨ੍ਹਾਂ ਦੀ ਇਨਕਮ ਟੈਕਸ ਰਿਟਰਨ ਸਿੰਪਲ ਹੈਗੀ ਹੈ। ਸਿੰਪਲ ਕਹਿਣ ਤੋਂ ਭਾਵ ਹੈ ਵੀ ਸਿਰਫ ਕਿਤੇ ਕੋਈ ਕੰਮ ਕਰਦਾ, ਸਿਰਫ ਇੱਕ T4 ਮਿਲੀ ਹੈ ਅਤੇ 1-2 ਕੋਈ ਚੈਰੀਟੇਬਲ ਦੀ ਜਾਂ ਇਹੋ ਜਿਹੀ ਦੀ ਰਸੀਟ ਹੋਣਗੀਆਂ ਉਹਨੂੰ ਮਿਲਣਗੀਆਂ। ਨਾਟ ਫॉर ਕੰਪਲੀਕੇਟਿਡ ਪੀਪਲ ਜਾਂ ਹੋਰ ਕਿਸੇ ਕੋਲ ਇਨਕਮ ਟੈਕਸ ਦੇ ਅੰਦਰ ਕੋਈ ਇਨਵੈਸਟਮੈਂਟ ਗੇਨ ਹੈ ਜਾਂ ਕੋਈ ਇੰਟਰਸਟ ਐਕਸਪੈਂਸਿਸ ਹੈਗੇ ਨੇ, ਉਸ ਤਰ੍ਹਾਂ ਦੇ ਲੋਕਾਂ ਲਈ ਨਹੀਂ ਦਿੱਤਾ ਜਾਏਗਾ। ਪਲੱਸ ਇਹਦੇ ਅੰਦਰ ਇੱਕ ਹੋਰ ਪ੍ਰੋਵੀਜ਼ਨ ਜਿਹੜਾ ਅੱਛਾ ਲਿਆਇਆ ਗਿਆ ਉਹ ਇਹ ਹੈਗਾ ਕਿ ਜਿਹੜੇ ਲੋਕ ਕਈ ਰਿਟਰਨ ਫਾਈਲ ਹੀ ਨਹੀਂ ਕਰਦੇ ਉਹਨਾਂ ਨੂੰ ਇਨਕਰੇਜ ਕੀਤਾ ਜਾਏਗਾ ਕਿ ਉਹ ਆਪਣੀ ਰਿਟਰਨ ਫਾਈਲ ਕਰਨ ਤਾਂ ਕਿ ਉਹ ਇਹ ਜਿਹੜੇ ਬੈਨੀਫਿਟਸ ਜਿੰਨੇ ਵੀ GST ਕ੍ਰੈਡਿਟ ਹੈਗਾ ਜਾਂ ਹੋਰ ਦੂਸਰੇ ਬੈਨੀਫਿਟਸ ਹੈਗੇ ਨੇ ਉਸ ਤੋਂ ਵਾਂਝੇ ਨਾ ਰਹਿਣ। ਸੋ ਦਿਸ ਇਜ਼ ਟੂਵਰਡਸ ਗੀਅਰਡ ਟੂਵਰਡ ਦੈਮ। ਲੇਕਿਨ ਅਲਟੀਮੇਟਲੀ ਜਿਵੇਂ ਤੁਸੀਂ ਗੱਲ ਕਰ ਰਹੇ ਸੀ, ਮੈਂ ਤੁਹਾਡੀ ਪਹਿਲਾਂ ਗੱਲ ਸੁਣ ਰਿਹਾ ਸੀ ਕਿ ਇਟ ਵਿਲ ਐਡ ਬਰਡਨ ਔਨ ਐਕਸਚੈਕਰ, ਨੰਬਰ 1। ਨੰਬਰ 2 ਜਿਹੜਾ ਹੈ ਕਿ ਡੈਫੀਸਿਟ ਵਧੇਗਾ। ਤੀਸਰੀ ਗੱਲ ਜਿਸ ਤਰ੍ਹਾਂ ਹੀ ਚੱਲਦੇ ਰਹੇ ਤੇ by 2025 our debt will be $1.3 trillion and the debt servicing payment will be just $50 billion. Just debt servicing payment will be $50 billion. ਮਤਲਬ ਕਿ ਉਹਦੀ ਜਿਹੜੇ ਇੰਟਰਸਟ ਕਹ ਲਓ just only interest.
ਤੇ ਇਹ ਚੀਜ਼ਾਂ ਜਿਹੜੀਆਂ ਨੇ ਪਰ ਇਹਦੇ ਅੰਦਰ ਜਿੰਨਾ ਅਸੀਂ ਟੋਟਲ ਇਹ ਹੈਲਥ ਟਰਾਂਸਫਰ ਤੇ ਰੱਖਿਆ ਟੋਟਲ ਜੀ ਅਗਲੇ ਕਈ ਸਾਲਾਂ ਵਾਸਤੇ ਜੀ ਉਹਦੇ ਨਾਲੋਂ ਵੱਧ ਸਿਰਫ ਜਿਹੜਾ ਡੈਟ ਹੈ ਉਹਦੇ ਇੰਟਰਸਟ ਤੇ ਜਾਣਾ। ਬਿਲਕੁਲ ਸਰ, ਹੈਲਥ ਟਰਾਂਸਫਰ ਵੀ ਇਟ ਵਿਲ ਬੈਨੀਫਿਟ ਦ ਪ੍ਰੀਮੀਅਰਸ। I don't know, it won't benefit the federal politics. I don't think so कि there's much of their own bipartisan politics ਜਿਹੜੀ ਆ ਉਹ ਦੇਖ ਕੇ ਇਹ ਬਜਟ ਬਣਾਇਆ ਗਿਆ ਹੈਗਾ। ਔਰ ਵੈਸੇ ਵੀ ਇਹ ਦੇਖੋ ਜੀ ਫਸਟ ਕੁਆਰਟਰ ਹਾਲਾਂਕਿ ਡਿਕਲੇਅਰ ਨਹੀਂ ਕਰਦੇ, I think we are going through recession। ਫਸਟ ਕੁਆਰਟਰ ਦਾ ਰਿਪੋਰਟ ਜਿਹੜੀ ਤੁਹਾਨੂੰ ਮਈ ਜੂਨ ਤੱਕ ਆਏਗੀ ਪਤਾ ਲੱਗ ਜੂਗਾ। ਐਕਸਪੈਕਟਡ ਹੈ ਕਿ ਫਸਟ ਕੁਆਰਟਰ ਕੈਨੇਡੀਅਨ ਇਕਾਨਮੀ will shrink by 2%, second quarter will also shrink by 2.4%। then you can declare ਕਿ ਵੀ ਇਹ recession ਹੈਗਾ ਆ। It will be mild recession, ਪਰ right now ਜਿਸ ਤਰ੍ਹਾਂ ਦੇ ਤੁਸੀਂ ਕਹਿ ਰਹੇ ਹੋ ਵੀ ਜਿਸ ਤਰ੍ਹਾਂ recession ਹੈਗਾ ਆ, ਕਿਸ ਤਰ੍ਹਾਂ ਦੇ benefit ਚਾਹੀਦੇ ਆ ਵਰਕਰਸ ਨੂੰ, ਉਹ ਚੀਜ਼ ਇਹਦੇ 'ਚ ਨਜ਼ਰ ਨਹੀਂ ਆਉਂਦੇ ਸਰ। ਸੁਰਿੰਦਰਪਾਲ ਜੀ, ਜਿਵੇਂ ਗੱਲ ਆਪਾਂ ਕਰ ਰਹੇ ਸੀ ਜਿਹੜੇ ਡੈਫਿਸਿਟ ਹੈ ਜੀ, ਡੈਫਿਸਿਟ ਪਹਿਲੀਆਂ ਜਿਹੜੀਆਂ ਗਵਰਨਮੈਂਟ ਦੇ ਵੀ ਅਨੁਮਾਨ ਸੀਗੇ ਉਹਨਾਂ ਨਾਲੋਂ ਹੋਰ ਜ਼ਿਆਦਾ ਚਲੇ ਗਿਆ ਜੀ। ਤੇ ਕੁਝ ਕਮੈਂਟੇਟਰ ਮੈਂ ਪੜ੍ਹ ਰਿਹਾ ਸੀ ਜਿਹੜੇ ਕਹਿੰਦੇ ਨੇ ਕਿ ਜਿਵੇਂ ਇੱਕ ਸਰਕਾਰ ਨੇ ਕਿਹਾ ਸੀ ਕਿ ਜੀ 15 ਜਾਂ 17 ਬਿਲੀਅਨ ਸੇਵ ਕਰਨਾ ਜਿਹੜੇ ਫੈਡਰਲ ਐਕਸਪੈਂਸਿਸ ਪਬਲਿਕ ਸਰਵਿਸਿਜ਼ ਦੇ ਕਟੌਤੀ ਕਰਕੇ ਜੀ, ਤੇ ਉਹ ਕਹਿ ਰਹੇ ਸੀਗੇ ਕਿ ਇਕਨੋਮੀ ਜਿਸ ਪਾਸੇ ਨੂੰ ਜਾ ਰਹੀ ਹੈ ਜੀ, ਜੇ ਰਿਸੈਸ਼ਨ ਵਾਲੀ ਸਿਚੁਏਸ਼ਨ ਵੱਧ ਜਾਂਦੀ ਹੈ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ, ਇਹ ਸਾਰੀਆਂ ਗਿਣਤੀਆਂ ਮਿਣਤੀਆਂ ਵੀ ਸਰਕਾਰ ਦੀਆਂ ਹਿੱਲ ਸਕਦੀਆਂ ਨੇ। ਰਿਸੈਸ਼ਨ ਆਪਣਾ ਜਿਹੜਾ ਡੈਫਿਸਿਟ ਹੈ ਹੋਰ ਉੱਤੇ ਜਾ ਸਕਦਾ। ਜਿਹੜੀ ਉਹ ਸੇਵਿੰਗ ਦੀ ਗੱਲ ਕੀਤੀ ਗਈ ਉਹ ਕਹਿਣ ਵਾਸਤੇ ਹੀ ਹੈ, ਪਰ ਕਿਵੇਂ ਹੋਏਗੀ ਉਹਦੀ ਡਿਟੇਲ ਕੋਈ ਨਹੀਂ ਹੈ। ਐਬਸੋਲੂਟਲੀ ਇਸ ਕਰਕੇ ਜਿਹੜਾ ਹੁਣ ਲੱਗ ਵੀ ਰਿਹਾ ਇਹ ਗੇਮ ਵੀ ਉਹਨਾਂ ਦੀ ਹਿੱਲ ਸਕਦੀ ਹੈ ਆਉਣ ਵਾਲੇ ਟਾਈਮ 'ਚ, ਜਿਹੜਾ ਜਿਸ ਦੌਰ 'ਚੋਂ ਆਪਾਂ ਲੰਘ ਰਹੇ ਹਾਂ। Yeah, it all depends। ਦੇਖੋ ਜੀ, ਜਿਵੇਂ ਕ੍ਰਿਸਟੀਆ ਫਰੀਲੈਂਡ ਇਜ਼ ਐਕਸਪੈਕਟਿੰਗ ਅ ਮਾਈਲਡ ਰਿਸੈਸ਼ਨ। ਇਹ ਰਿਸੈਸ਼ਨ ਜੇ ਮਾਈਲਡ ਤੋਂ ਜਿਹੜਾ ਮੋਡਰੇਟ ਜਾਂ ਡੀਪ ਆਉਂਦਾ ਆ, ਨੈਚੁਰਲੀ ਸਾਰੇ ਨੰਬਰਸ ਚੇਂਜ ਹੋ ਜਾਣਗੇ। ਔਰ ਜੇ ਮਾਈਲਡ ਨਹੀਂ ਆਉਂਦਾ ਤਾਂ ਥੀਸ ਨੰਬਰਸ ਕੈਨ ਬੀ ਬੈਟਰ ਆਲਸੋ। ਸੋ ਇਟ ਵਰਕਸ ਬੋਥ ਵੇਜ਼। ਲੇਕਿਨ ਚਾਂਸਿਸ ਜਿਹੜੇ ਨੇ ਉਹ ਮਾਈਲਡ ਤੋਂ ਮੋਡਰੇਟ ਰਿਸੈਸ਼ਨ ਦੇ ਹੈਗੇ ਨੇ। ਔਰ ਦੂਜੀ ਗੱਲ ਇਹ ਹੈ ਜਿਹੜੀ ਤੁਸੀਂ ਗੱਲ ਕੀਤੀ ਬਈ ਬਿਊਰੋਕਰੇਟਸ ਦੇ ਐਕਸਪੈਂਸਿਸ ਘਟਾਉਣ ਲਈ, ਖਾਸ ਤੌਰ 'ਤੇ ਕੰਸਲਟਿੰਗ ਐਕਸਪੈਂਸਿਸ। ਦੇਖੋ ਗਵਰਨਮੈਂਟ ਪਤਾ ਨਹੀਂ, ਮੈਂ ਤਾਂ ਹੈਰਾਨ ਸੀਗਾ, ਮੈਂ ਪੜ੍ਹਿਆ ਵੀ $7 ਬਿਲੀਅਨ ਜਿਹੜਾ ਸਰਕਾਰ ਸੇਵ ਕਰੇਗੀ just to cut down their bureaucrats their traveling, discretionary traveling expenses and their consulting expenses। ਮਤਲਬ ਸਰਕਾਰ ਨੂੰ ਵੀ ਕੀ ਮਤਲਬ ਇੰਨੀਆਂ ਕੰਸਲਟਿੰਗ ਦੀ ਲੋੜ ਪੈਂਦੀ ਹੈ। they are spending billions of dollars which was not under my knowledge so far। ਜੇ $7 ਬਿਲੀਅਨ ਸੇਵ ਕਰ ਰਹੇ ਆ ਤੇ ਸਪੈਂਡ ਕਿੰਨਾ ਕਰ ਰਹੇ ਹੋਣਗੇ। ਤੇ ਉਹ ਵੀ ਤੁਸੀਂ ਦੇਖੋ ਬਈ ਖਾਸ ਤੌਰ 'ਤੇ ਬਿਊਰੋਕਰੇਟਸ ਦੇ ਡਿਸਕ੍ਰਿਸ਼ਨਰੀ ਐਕਸਪੈਂਸਿਸ, ਟਰੈਵਲਿੰਗ ਐਕਸਪੈਂਸਿਸ ਐਂਡ ਕੰਸਲਟਿੰਗ ਐਕਸਪੈਂਸਿਸ। ਮਤਲਬ ਸਰਕਾਰ ਨੂੰ ਕੰਸਲਟ ਕਰਨ ਲਈ ਵਾਈ ਡੂ ਦੇ ਨੀਡ ਕੰਪਨੀਜ਼ ਲਾਈਕ ਮੈਕੈਂਸੀ ਐਂਡ ਅਦਰ ਕੰਸਲਟਿੰਗ ਕੰਪਨੀਜ਼, ਜਦਕਿ ਸਰਕਾਰ 'ਤੇ ਚਾਹੀਦਾ ਵੀ ਲੋਕਾਂ ਨੂੰ ਹੀ ਖੁਦ ਇਨਵੋਲਵ ਕਰੇ। ਲੋਕਾਂ ਦੀ ਸਰਕਾਰ ਹੈਗੀ ਆ ਬਜਾਏ ਗੋਇੰਗ ਟੂ ਕੰਸਲਟਿੰਗ ਕੰਪਨੀਜ਼। ਅਤੇ ਵੈਸੇ ਵੀ ਜਿਹੜਾ ਹੁਣ ਕਈ ਵਾਰ ਇੱਕ ਆਮ ਇਨਸਾਨ ਵਾਸਤੇ ਸਮਝਣਾ ਮੁਸ਼ਕਿਲ ਹੋ ਜਾਂਦਾ ਕਿ ਜਿਹੜਾ ਤੁਸੀਂ ਜਿਵੇਂ ਗੱਲ ਕਰ ਰਹੇ ਸੀ ਕਿ ਡੈਟ ਸਰਵਿਸਿੰਗ ਦੇ ਉੱਤੇ ਹੀ 40 ਬਿਲੀਅਨ ਤੋਂ ਵੱਧ ਅਗਲੇ ਸਾਲ 'ਚ ਹੀ ਖਰਚ ਹੋਣਾ ਜੀ। ਅਤੇ ਜਿਹੜਾ ਡੈਟ ਹੈਗਾ 1 ਟ੍ਰਿਲੀਅਨ ਤੋਂ 1.3 ਟ੍ਰਿਲੀਅਨ ਬਾਈ 2025 ਅਤੇ ਡੈਟ। ਅਤੇ ਇਹ ਜਿਹੜਾ ਜਦੋਂ ਇੱਦਾਂ ਦੀ ਸਿਨੈਰੀਓ ਹੁੰਦਾ ਉਹਦੇ 'ਚ ਫਿਰ ਕਈ ਸਵਾਲ ਇਹ ਕਰਦੇ ਨੇ ਕਿ ਜਦੋਂ ਇੱਕ ਪਾਸੇ ਇਹ ਸਿਚੁਏਸ਼ਨ ਹੋਏ ਉਹਦੇ 'ਚ ਇਹ ਜਿਹੜਾ ਡੈਂਟਲ ਕੇਅਰ ਹੈ ਅਤੇ ਇਸ ਕਿਸਮ ਦੇ ਖਰਚੇ ਨੇ ਇਹ ਕਿੰਨੇ ਕੁ ਵਾਜਬ ਠਹਿਰਾਏ ਜਾ ਸਕਦੇ ਨੇ। ਦੇਖੋ ਸਰ, ਡੈਂਟਲ ਕੇਅਰ ਪ੍ਰੋਬਬਲੀ ਵਾਜ਼ ਨੀਡ ਫॉर द ਲੋ ਇਨਕਮ ਕੈਨੇਡੀਅਨਸ। ਔਰ ਉਸ ਚੀਜ਼ ਦਾ ਬੈਨੀਫਿਟ ਡੈਫੀਨੇਟਲੀ NDP ਲਏਗੀ ਔਰ ਲੈ ਵੀ ਰਹੀ ਹੈ। ਦਾ ਸ਼੍ਰੇ ਉਹ ਲੈਣ ਦੀ ਕੋਸ਼ਿਸ਼ ਕਰ ਰਹੇ ਆ। ਔਰ ਜਿਹੜਾ ਗਰੋਸਰੀ ਦੇ ਅੰਦਰ GST ਕ੍ਰੈਡਿਟ ਹੈ ਉਹ ਵੀ ਇਹਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਆ। ਆਈ ਥਿੰਕ ਇਨ ਨਟਸ਼ੈਲ ਇਹਦੇ ਅੰਦਰ ਕੋਈ ਬੋਲਡ ਬਜਟ ਨਹੀਂ ਹੈਗਾ ਬਈ ਇਹ ਅਪੀਜ਼ ਜ਼ਿਆਦਾ NDP ਨੂੰ ਕੀਤਾ ਗਿਆ ਔਰ ਟਾਈਮ ਬਾਏ ਕੀਤਾ ਗਿਆ। ਦ ਗਵਰਨਮੈਂਟ ਡਜ਼ਨਟ ਵਾਂਟ, ਇਟਸ ਅ ਮਾਈਨੋਰਿਟੀ ਗਵਰਨਮੈਂਟ, ਵੀ ਸ਼ੁੱਡ ਨਾਟ ਫੋਰਗੇਟ ਇਟ। ਦੇ ਬਾਇੰਗ ਅ ਟਾਈਮ ਕਿ ਇਸ ਸਾਲ ਇਲੈਕਸ਼ਨ ਨਾ ਹੋਣ ਸਰ। ਪਰ ਇਹਦੇ ਨਾਲ ਜਿਹੜਾ ਗਵਰਨਮੈਂਟ ਦੇ ਇੱਕ ਆਪਣਾ ਪਿਛਲੇ ਟਾਈਮ 'ਚ ਮੈਂ 1-2 ਵਾਰ ਫਾਈਨੈਂਸ ਮਿਨਿਸਟਰ ਦੀਆਂ ਸਪੀਚਜ਼ ਦੇ ਵਿੱਚ ਇਹ ਗੱਲ ਕਰਦੇ ਉਹਨਾਂ ਨੂੰ ਸੁਣਿਆ ਕਿ ਉਹ ਕਹਿੰਦੇ ਨੇ ਕਿ ਜਿਹੜੀ ਫਿਸਕਲ ਪ੍ਰੂਡੈਂਸ ਇਹਦਾ ਹੁਣ ਟਾਈਮ ਹੈ ਅਤੇ ਇਹਦੇ 'ਚ ਸਾਨੂੰ ਸਾਰਾ ਆਪਣਾ ਖਰਚੇ ਘਟਾਉਣੇ ਪੈਣੇ ਆ। ਅਤੇ ਉਹ ਜਿਹੜੀ ਅਪਰੋਚ ਹੈ ਅਤੇ ਹੁਣ ਵਾਲਾ ਬਜਟ ਹੈ, ਤੁਹਾਨੂੰ ਲੱਗਦਾ ਵੀ ਇਹ ਬਜਟ 'ਚੋਂ ਲੱਗ ਰਹੀ ਹੈ ਕਿ ਜਾਂ ਬਜਟ ਉਹਦੇ ਵਿੱਚ ਵਿਚਾਲੇ ਜੇ ਕਿਤੇ ਲਮਕ ਰਿਹਾ? ਦੂਜੇ ਪਾਸੇ ਇਹ ਜਿਹੜਾ ਇਹ ਪ੍ਰੈਸ਼ਰ ਹੈ NDP ਵਾਲਾ ਇਹ ਵੀ ਸਰਕਾਰ ਨੂੰ ਦੂਜੇ ਪਾਸੇ ਧੱਕ ਰਿਹਾ। ਦੋਨੋਂ ਗੱਲਾਂ ਸ਼ਾਮਿਲ ਜੀ। ਦੇਖੋ ਫਿਸਕਲ ਪ੍ਰੂਡੈਂਟ ਤਾਂ ਹੈ ਹੀ ਹੈ ਕਿਉਂਕਿ ਤੁਸੀਂ ਸਪੈਂਡਿੰਗ ਵੀ ਨਹੀਂ ਜ਼ਿਆਦਾ ਕਰ ਸਕਦੇ। ਸਪੈਂਡਿੰਗ ਕਰੋਗੇ ਨੈਚੁਰਲੀ ਯੂ ਵਿਲ ਐਡਿੰਗ ਇਨਫਲੇਸ਼ਨ ਦੈਨ। ਅਤੇ ਸੈਕਿੰਡ ਯੂ ਹੈਵ ਟੂ ਬੀ ਪ੍ਰੂਡੈਂਟ ਇਨ ਦਿਸ ਕਾਈਂਡ ਆਫ ਐਟਮੋਸਫੀਅਰ।
ਔਰ ਕੁਛ ਜਿਹੜੀਆਂ ਚੀਜ਼ਾਂ ਨੇ ਸਰਕਾਰ ਪਹਿਲਾਂ ਹੀ ਚੰਗੀਆਂ ਅਨਾਉਂਸ ਕਰਤੀਆਂ ਸੀ, ਲਾਈਕ ਫਸਟ ਹੋਮ ਸੇਵਿੰਗ ਅਕਾਊਂਟ, ਉਹ April 1 ਤੋਂ ਲਾਗੂ ਹੋ ਜਾਣਾ ਆ। ਉਹ ਚੰਗਾ ਇੱਕ ਬੜਾ ਵਧੀਆ ਅਕਾਊਂਟ ਹੈਗਾ ਕਿ $40,000 ਤੱਕ ਜਿਹਨਾਂ ਲੋਕਾਂ ਨੇ ਘਰ ਨਹੀਂ ਲਿਆ, ਉਹ ਹਰ ਸਾਲ ਪਹਿਲੇ ਸਾਲ $8,000 ਅਕਾਊਂਟ ਖੋਲ੍ਹਣਾ ਪੈਣਾ ਉਹਨਾਂ ਨੂੰ, ਅਤੇ 5 ਸਾਲਾਂ 'ਚੋਂ $40,000 ਐਡ ਕਰ ਸਕਦੇ ਆ। ਸੈਕਿੰਡ ਇੱਕ ਹੋਰ ਜਿਹੜਾ ਅੱਛਾ ਇਹਨਾਂ 'ਚ ਕੀਤਾ ਗਿਆ, RESP ਦੇ ਅੰਦਰ, ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਦੇ ਅੰਦਰ ਤੁਸੀਂ ਹੁਣ $8,000 ਤੱਕ ਕਢਾ ਸਕਦੇ ਆ ਆਪਣੇ ਬੱਚੇ ਦੀ ਪੜ੍ਹਾਈ ਲਈ ਅੰਡਰ EAP, ਐਜੂਕੇਸ਼ਨ ਅਸਿਸਟੈਂਟ ਪੇਮੈਂਟ ਦੇ ਅੰਦਰ। ਪਹਿਲਾਂ ਇਹ ਲਿਮਿਟ 5,000 ਦੀ ਹੁੰਦੀ ਸੀ। ਕਹਿਣ ਦਾ ਭਾਵ ਹੈ ਮੰਨ ਲਓ ਤੁਸੀਂ ਪੈਸੇ ਜੋੜੀ ਜਾ ਰਹੇ ਆ ਔਰ ਤੁਹਾਡਾ ਨਿਆਣਾ 18 ਸਾਲ ਦਾ ਹੋ ਗਿਆ, ਨਾ ਉਹ ਨਿਆਣਾ ਤੁਹਾਡਾ ਪੋਸਟ ਸੈਕੰਡਰੀ ਐਜੂਕੇਸ਼ਨ ਚੱਲ ਗਿਆ, ਅਤੇ ਪਹਿਲਾਂ 13 ਹਫ਼ਤੇ ਤੁਸੀਂ ਜਿਹੜਾ ਹੈ, ਜੇ ਫੁੱਲ ਟਾਈਮ ਸਟੂਡੈਂਟ ਹੈ, ਤੁਹਾਨੂੰ $5,000 ਅਲਾਊ ਕਰਦੇ ਸੀ ਵੀ ਤੁਸੀਂ ਪਹਿਲੇ 13 ਹਫ਼ਤੇ 'ਚ $5,000 ਕਢਾ ਸਕਦੇ ਆ, ਇਸ ਤੋਂ ਵੱਧ ਨਹੀਂ ਕਢਾ ਸਕਦੇ। ਉਹ 5,000 ਤੋਂ ਵਧਾ ਕੇ 8 ਕਰਤਾ। ਜੇ ਬੱਚਾ ਪਾਰਟ ਟਾਈਮ ਸਟੂਡੈਂਟ ਹੈ ਤੇ ਪਹਿਲਾਂ ਲਿਮਿਟ ਉਹਦੀ 5,000 ਹੁੰਦੀ, 2,500 ਹੁੰਦੀ ਸੀ, ਉਹਨੂੰ 2,500 ਤੋਂ ਵਧਾ ਕੇ 4,000 ਕਰਤਾ। ਕੁਛ ਦੋਸਤਾਂ ਦੇ ਕਮੈਂਟਸ ਵੀ ਨੇ, ਜਿਵੇਂ ਦਿਲਬਾਗ ਸਿੰਘ ਲਿਖ ਰਹੇ ਨੇ ਕਿ ਗਿਵਨ ਦਾ ਪ੍ਰੈਜ਼ੈਂਟ ਇਕਨੋਮਿਕ ਐਂਡ ਪੋਲੀਟੀਕਲ ਜੋ ਮਾਹੌਲ ਹੈ, ਤੇ ਕਹਿੰਦੇ ਨੇ ਵੀ ਮੇਰਾ ਖਿਆਲ ਹੈ ਕਿ ਇਹ ਬੜਾ ਪ੍ਰੂਡੈਂਟ ਬਜਟ ਹੈ ਅਤੇ ਸਰਕਾਰ ਕੋਲ ਜ਼ਿਆਦਾ ਰੂਮ ਨਹੀਂ ਸੀਗਾ ਸਪੈਂਡਿੰਗ ਵਾਸਤੇ। ਮੇਬੀ ਨੈਕਸਟ ਈਅਰ ਜਾਂ ਅੱਗੇ ਉਹ ਜਦੋਂ ਇੰਟਰਸਟ ਰੇਟ ਥੱਲੇ ਜਾਂਦੇ ਨੇ ਹੋਰ ਸਪੈਂਡ ਕਰਨਗੇ ਜੀ। ਇਹਦੇ ਬਾਰੇ ਤੁਸੀਂ ਤੁਹਾਡਾ ਕੀ ਖਿਆਲ ਹੈ? ਬਿਲਕੁਲ ਠੀਕ ਹੈ ਸਰ। ਇਹ ਬਿਕਾਜ਼ ਜੇ ਸਪੈਂਡਿੰਗ ਜ਼ਿਆਦਾ ਕਰ ਦੇਗੀ ਸਰਕਾਰ ਤਾਂ ਇਨਫਲੇਸ਼ਨ ਤਾਂ ਹੋਰ ਵੱਧ ਜਾਏਗੀ। ਤੋ ਜਿਸ ਤਰ੍ਹਾਂ ਤੁਸੀਂ ਕਹਿ ਲਓ ਵੀ ਇੱਕ ਪਾਸੇ ਰੇਸ ਦੇਈ ਜਾਂਦੇ ਗੱਡੀ ਨੂੰ, ਇੱਕ ਪਾਸੇ ਬ੍ਰੇਕ ਲਾਈ ਹੋਈ ਆ, ਅਤੇ ਇਟ ਡਜ਼ਨਟ ਮੇਕ ਐਨੀ ਸੈਂਸ। ਸੋ ਇਟ ਇਜ਼ ਐਬਸੋਲੂਟਲੀ, ਆਈ ਐਗਰੀ ਵਿਦ ਹਿਮ, ਇਟਸ ਅ ਪ੍ਰੂਡੈਂਟ ਬਜਟ। ਔਰ ਸ਼ਾਇਦ ਜਦੋਂ ਇਹ ਸੈਕਿੰਡ ਕੁਆਰਟਰ ਤੋਂ ਬਾਅਦ ਇਹ ਵੈਨ ਇਕਾਨਮੀ ਗੈਟ ਸਲੋ, then maybe the Bank of Canada will reduce interest rates। ਔਰ ਬਾਕੀ ਇਟਸ ਅ ਗਲੋਬਲ ਫਿਨੋਮੀਨਾ, ਕਿਉਂਕਿ ਤੁਸੀਂ ਦੇਖੋ ਇੰਟਰਸਟ ਵੀ ਵਧਾਉਣ ਵਾਲਾ ਕੰਮ ਜਿਹੜਾ ਉਹ ਰੁਕ ਗਿਆ ਹੁਣ, ਕਿਉਂਕਿ ਬੈਂਕ ਹੀ ਫੇਲ ਹੋਣੇ ਸ਼ੁਰੂ ਹੋ ਗਏ। ਅਮਰੀਕਾ 'ਚ ਦੇਖੋ 2-3 ਰੀਜਨਲ ਬੈਂਕ ਫੇਲ ਹੋ ਗਏ। ਯੂਰਪ ਦੇ ਅੰਦਰ ਸਵਿਸ ਬੈਂਕ ਵਾਜ਼ ਇਨ ਟਰਬਲ, ਹੋਰ ਕਈ ਬੈਂਕ ਵਾਜ਼ ਇਨ ਟਰਬਲ। ਸੋ ਥਿੰਗਸ ਆਰ ਮੂਵਿੰਗ ਇਨ ਅ ਰਾਈਟ ਡਾਇਰੈਕਸ਼ਨ ਐਂਡ ਦੇ ਆਰ ਮੂਵਿੰਗ ਵੈਰੀ ਪ੍ਰੂਡੈਂਟਲੀ ਸਰ। ਅਤੇ ਇੱਕ ਜਿਹੜਾ ਇੱਕ ਹੋਰ ਵੱਡੀ ਆਈਟਮ ਹੈ ਕਿ ਜਿਹੜੀਆਂ ਇਹ ਜਿਹੜੀ ਗ੍ਰੀਨ ਟੈਕਨੋਲੋਜੀ ਨੂੰ, ਕਲੀਨ ਟੈਕਨੋਲੋਜੀ ਨੂੰ ਇਨਕਰੇਜ ਕਰਨ ਵਾਸਤੇ ਜਿਹੜੇ ਇਹ ਟੈਕਸ ਕ੍ਰੈਡਿਟ ਨੇ, ਅਤੇ ਉਹਦੇ ਬਾਰੇ ਇਹ ਵੀ ਕਿਹਾ ਜਾ ਰਿਹਾ ਕਿ ਕੁਛ ਲੋਕਾਂ ਵੱਲੋਂ ਕਿ US ਨੇ ਪਿੱਛੇ ਜੇ ਕੁਛ ਇਹੋ ਜਿਹੇ ਕਦਮ ਉਠਾਏ ਨੇ, ਉਹਨਾਂ ਨਾਲ ਸ਼ਾਇਦ ਕੰਪੀਟ ਕਰਨ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ। ਸੋ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ? ਬਿਲਕੁਲ ਸਰ, ਉਹਦਾ ਇਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਜਵਾਬ ਦੇਣ ਦੀ। ਇਨਫਲੇਸ਼ਨ ਰਿਡਕਸ਼ਨ ਐਕਟ ਬਾਈਡਨ ਸਾਹਿਬ ਲੈ ਕੇ ਆਏ ਸੀ ਕੁਛ ਹਫ਼ਤੇ ਪਹਿਲਾਂ, ਟ੍ਰਿਲੀਅਨਸ ਆਫ ਡਾਲਰ ਦਾ, ਅਤੇ ਉਹਦਾ ਤਾਂ 1/10 ਵੀ ਨਹੀਂ ਹੈਗਾ। ਬਟ ਸਟਿਲ ਜਿਸਨੀ ਸਾਡਾ ਇਕਨੋਮਿਕ ਸਾਈਜ਼ ਹੈ, ਜਿੰਨੀ ਪਾਪੂਲੇਸ਼ਨ ਹੈ, ਉਸ ਹਿਸਾਬ ਨਾਲ ਇਹ ਠੀਕ ਹੈ ਲੈ ਕੇ ਆਏ ਆ ਕਿ ਜਿਹੜੇ ਗ੍ਰੀਨ ਟੈਕਨੋਲੋਜੀ ਦੇ ਅੰਦਰ ਜਿਹੜੀਆਂ ਇਹ ਕ੍ਰੈਡਿਟ ਦਿੱਤੇ ਜਾਣਗੇ, ਖਾਸ ਤੌਰ 'ਤੇ ਇਨੋਵੇਸ਼ਨਸ ਦੇ ਅੰਦਰ, ਬੈਟਰੀਜ਼ ਦੇ ਅੰਦਰ ਜਾਂ ਮਿਨਰਲਸ ਦੇ ਅੰਦਰ, ਜਿਹੜਾ ਵੀ ਉਹਦੇ ਅੰਦਰ ਰਿਸਰਚ ਜਾਂ ਤੁਸੀਂ ਮੈਨੂਫੈਕਚਰਿੰਗ ਲਗਾਓਗੇ, ਚੰਗੀ ਗੱਲ ਹੈਗੀ ਹੈ। ਲੇਕਿਨ ਜਿਸ ਤਰ੍ਹਾਂ ਤੁਸੀਂ ਉਹਦੇ ਨਾਲ ਮੁਕਾਬਲਾ ਕਰਨਾ ਤਾਂ ਬਹੁਤ ਔਖਾ ਹੈ ਸਰ, ਕਿ ਕਿੱਥੇ ਵਸੇ ਟ੍ਰਿਲੀਅਨਸ ਆਫ ਡਾਲਰ ਦੈਨ ਹੀਅਰ ਅ ਫਿਊ ਬਿਲੀਅਨ ਡਾਲਰਸ। ਜੇ ਮੁਕਾਬਲਾ ਕੋਈ ਨਹੀਂ ਹੈ ਤਾਂ ਫਿਰ ਕਿਵੇਂ, ਮਤਲਬ ਕੀ ਇਨਸੈਂਟਿਵ ਲੱਗੇਗਾ ਫਿਰ ਕੰਪਨੀਜ਼ ਨੂੰ ਇੱਥੇ? ਸਰ ਇਟ ਡਿਪੈਂਡਸ। ਦੇਖੋ ਇਸ ਤਰ੍ਹਾਂ ਹੁੰਦਾ ਹੈ, ਜਦੋਂ ਤੁਸੀਂ ਇਨੋਵੇਸ਼ਨ ਦੇ ਅੰਦਰ ਜਾਂ ਮਿਨਰਲਸ ਅੰਦਰ ਜਾਓਗੇ, ਨਾਟ ਐਵਰੀ ਮਿਨਰਲ ਮੇ ਬੀ ਇਨ US, ਫਿਊ ਮਿਨਰਲਸ ਮੇ ਬੀ ਇਨ ਕੈਨੇਡਾ। ਸੋ ਜਿਹੜੀਆਂ ਅੰਦਰ ਤੁਸੀਂ ਕਹਿ ਲਓ ਬੈਟਰੀ ਦੇ ਅੰਦਰ ਕਈ ਮਿਨਰਲਸ ਯੂਜ਼ ਹੁੰਦੇ ਨੇ, ਅਤੇ ਉਹਦੇ ਅੰਦਰ ਜਿਹੜਾ ਹੈ ਤੁਹਾਨੂੰ ਬੈਨੀਫਿਟ ਮਿਲੇਗਾ ਸਾਇੰਸ ਦੇ ਅੰਦਰ, ਟੈਕਨੋਲੋਜੀ ਦੇ ਅੰਦਰ। ਨਾਟ ਨੈਸੈਸਰਲੀ ਕਿ ਤੁਸੀਂ ਜਿਹੜਾ ਹੈ ਉਹ ਮੇਜਰ ਪੋਰਸ਼ਨ ਗੇਨ ਕਰੋਗੇ, ਕੁਛ ਪੋਰਸ਼ਨ ਤਾਂ ਗੇਨ ਕਰੋਗੇ, ਪਰ ਇਹ ਵੀ ਨਹੀਂ ਹੈਗਾ ਵੀ ਤੁਹਾਡੇ ਨਾਲ ਕੋਈ ਵੱਡਾ ਕੰਟਰੀ ਖੜਾ ਤੁਸੀਂ ਚੁੱਪਚਾਪ ਖੜੇ ਹੋ ਜਾਓ। ਯੂ ਡੈਫੀਨੇਟਲੀ ਨੀਡ ਟੂ ਡੂ ਸਮਥਿੰਗ ਐਂਡ ਇਟ ਇਜ਼ ਅ ਰਾਈਟ ਸਟੈਪ ਇਨ ਦੈਟ ਡਾਇਰੈਕਸ਼ਨ। ਅੱਛਾ, ਕੁਛ ਜਿਹੜੀ ਇੱਕ ਆਮ ਬੰਦੇ ਵਾਸਤੇ ਜਿਵੇਂ ਆਪਾਂ ਗੱਲ ਕਰ ਰਹੇ ਸੀ, ਜਿਹੜੀਆਂ ਚੀਜ਼ਾਂ ਨੇ, ਕੁਛ ਹੋਰ ਆਈਟਮਸ ਨੇ, ਜਿਵੇਂ ਇੱਕ ਸਟੂਡੈਂਟ ਲੋਨ ਬਾਰੇ ਵੀ ਹੈ ਜੀ, ਕਿ ਉਹ ਵੀ ਹੁਣ ਕੁਛ ਉਹਦੇ 'ਚ ਚੇਂਜਸ ਕੀਤੀਆਂ ਗਈਆਂ ਨੇ। ਟੂ ਬੀ ਓਨੈਸਟ ਆਈ ਹੈਵ ਨੋ ਆਈਡੀਆ ਅਬਾਊਟ ਸਟੂਡੈਂਟ ਲੋਨ। ਆਈ ਹੈਵਨਟ ਰੈਡ ਅਬਾਊਟ ਇਟ। ਮੇ ਬੀ ਉਹਦੇ ਬਾਰੇ ਹੁਣੇ ਮੈਂ ਗੱਲ ਸੁਣ ਵੀ ਰਿਹਾ ਸੀ, ਅਤੇ ਮੇਰੇ ਆਉਣ ਤੋਂ ਪਹਿਲਾਂ ਮੈਂਬਰ ਪਾਰਲੀਮੈਂਟ ਦੱਸ ਵੀ ਰਹੇ ਸੀਗੇ ਕਿ ਸ਼ਾਇਦ ਸਟੂਡੈਂਟ ਲੋਨ 'ਤੇ ਇੰਟਰਸਟ ਸ਼ਾਇਦ ਡੈਫਰ ਕੀਤਾ ਹੋਣਾ, ਬਟ ਆਈ ਹੈਵ ਨੋ ਆਈਡੀਆ ਸਰ। ਅਤੇ ਬਾਕੀ ਜਿਹੜਾ ਇਸ ਵੇਲੇ ਸਿਨੈਰੀਓ ਹੈ ਇਕੋਨਮੀ ਦਾ, ਅਤੇ ਇਹਦੇ 'ਚ ਤੁਸੀਂ ਹੋਰ ਕੀ ਸਮਝਦੇ ਹੋ, ਜਿਹੜਾ ਤੁਸੀਂ ਕੀ ਸਮਝਦੇ ਹੋ, ਇੱਕ ਤੁਸੀਂ ਕਿਉਂਕਿ ਅਬਜ਼ਰਵਰ ਹੋ ਇਕੋਨਮੀ 'ਤੇ ਕਮੈਂਟ ਕਰਦੇ ਰਹਿੰਦੇ ਹੋ, ਕਿ ਕਿਹੜੀਆਂ ਚੀਜ਼ਾਂ ਮਿਸਿੰਗ ਨੇ ਤੁਹਾਨੂੰ ਲੱਗਦਾ ਸੀ ਇਹਦੇ 'ਚ ਹੋਣੀਆਂ ਚਾਹੀਦੀਆਂ ਸੀ? ਦੇਖੋ ਸਰ, ਦਿਸ ਇਜ਼ ਨਾਟ ਗੇਅਰ ਟੂਵਰਡ ਜਿਸ ਤਰ੍ਹਾਂ ਤੁਸੀਂ ਕਹਿ ਲਓ ਨਾ ਕਿ ਐਨਥੂਸ ਕਰਨਾ
ਬਈ ਤੁਹਾਡਾ ਟੈਕਸ ਰਿਡਕਸ਼ਨ ਕੁਝ ਕੀਤੀ ਜਾਏ, ਕੋਈ ਸਰਕਾਰ ਦੇ ਅੱਗੇ ਨਜ਼ਰ ਆ ਰਿਹਾ ਵੀ ਰਿਸੈਸ਼ਨ ਆਉਣ ਵਾਲਾ, ਸਰਕਾਰ ਨੂੰ ਜੇ ਟੈਕਸ ਰਿਡਕਸ਼ਨ ਕਰੇਗੀ ਹੋਰ ਟੈਕਸ ਰੈਵਨਿਊ ਘੱਟ ਆਊਗਾ। ਦੂਸਰਾ ਜਿਹੜਾ ਹੈ ਇਹਦੇ ਅੰਦਰ ਜਿਹੜੇ ਵੈਲਦੀ ਕੈਨੇਡੀਅਨਸ 'ਤੇ ਜਿਹੜਾ ਇੱਕ ਸਿਮੈਟ੍ਰੀਕਲ ਟੈਕਸ ਕਰ ਦਿੱਤਾ ਗਿਆ, ਪਹਿਲਾਂ 15% ਹੁੰਦਾ 3 ਲੱਖ ਤੋਂ ਉੱਤੇ, ਉਹਨੂੰ 20% ਕਰ ਦਿੱਤਾ ਗਿਆ ਹੈ। ਕ੍ਰਿਮੀਨਲ ਕੋਡ ਚੇਂਜ ਕੀਤਾ ਗਿਆ ਕਿ ਪਹਿਲਾਂ ਸੀਗਾ ਬਈ 47% ਤੋਂ ਵੱਧ ਜੇ ਤੁਸੀਂ ਇੰਟਰਸਟ ਚਾਰਜ ਕਰਦੇ ਹੈ ਤੇ ਦੈਟ ਵਾਜ਼ ਅ ਕ੍ਰਿਮੀਨਲ ਆਫੈਂਸ, ਉਹਨੂੰ ਘਟਾ ਕੇ 35 ਕਰ ਦਿੱਤਾ ਗਿਆ। ਦੈਟਸ ਰਾਈਟ। ਲੇਕਿਨ ਜਿਹੜੀ ਚੀਜ਼ ਤੁਸੀਂ ਕਹੋ ਵੀ ਇੱਕ ਮਿਡਲ ਇਨਕਮ ਜਾਂ ਲੋ ਮਿਡਲ ਇਨਕਮ ਕੈਨੇਡੀਅਨਸ ਜਿਹਦੇ ਅੰਦਰ ਮੋਸਟਲੀ ਸਾਡੇ ਸਰੋਤੇ ਜਿਹੜੇ ਫਾਲ ਕਰਨਗੇ, ਉਹਦੇ 'ਚ ਉਹਨਾਂ ਕੋਈ ਖਾਸ ਬੈਨੀਫਿਟ ਨਹੀਂ ਹੈਗਾ ਸਰ, ਕਿਉਂਕਿ ਉਹ ਇੱਕ ਖਾਸ ਤਰ੍ਹਾਂ ਦਾ ਸੈਗਮੈਂਟ ਹੈ ਜਿਹੜਾ ਉਹ ਯੂਜ਼ ਕਰਦਾ ਉਸ ਤਰ੍ਹਾਂ ਦੇ ਲੋਨ। ਜੀ 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 ਜੀ। ਅਤੇ ਇੱਕ ਜਿਹੜੇ ਕੌਮੈਂਟ ਆ ਰਹੇ ਨੇ, ਕੌਮੈਂਟਸ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜੀ ਹਾਊਸਿੰਗ ਬਾਰੇ ਇਸ ਬਜਟ 'ਚ ਕੁਛ ਨਹੀਂ ਆ। ਨੋ, ਨੋਟ ਐਟ ਆਲ। ਅਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਵੀ ਕੁਛ ਹੋਣਾ ਚਾਹੀਦਾ ਸੀ ਜਿਹੜਾ ਉਮੀਦ ਕੀਤੀ ਜਾ ਰਹੀ ਸੀ ਸਰਕਾਰ ਤੋਂ, ਕਿ ਜਾਂ ਜਿੰਨੇ ਕੁ ਕਦਮ ਸਰਕਾਰ ਲੈ ਸਕਦੀ ਸੀ ਆਲਰੇਡੀ ਲੈ ਚੁੱਕੀ ਹੈ ਪਿਛਲੇ ਟਾਈਮ 'ਚ? ਉਹ ਸਰਕਾਰ ਨੇ ਸਰ ਪਹਿਲਾਂ ਹੀ ਪਿਛਲੇ ਸਾਲ ਸੈਪਟੰਬਰ 'ਚ ਅਨਾਊਂਸ ਕਰਤਾ ਸੀ FHSA, ਫਸਟ ਹੋਮ ਸੇਵਿੰਗ ਅਕਾਊਂਟ। ਉਹ ਆਈ ਥਿੰਕ ਇਜ਼ ਅ ਵੈਰੀ ਗੁੱਡ ਸਟੈਪ ਵਿਚ ਇਜ਼ ਐਨਕਰੇਜਿੰਗ young Canadians, millennials to save money for buying a house, down payment. That is better than first home buyer plan from RSP. So ਉਹ ਚੀਜ਼ ਮੈਂ ਸਮਝਦਾ ਬੜੀ ਅੱਛੀ ਚੀਜ਼ ਹੈਗੀ ਹੈ ਜਿਹੜੀ ਕਿ April 1 ਤੋਂ ਲਾਗੂ ਹੋ ਜਾਏਗੀ। ਉਸ ਤੋਂ ਇਲਾਵਾ ਜੇ ਤੁਸੀਂ ਗੱਲ ਕਹੋ ਵੀ ਹੋਰ ਕੋਈ ਚੀਜ਼ ਇਹਨੂੰ ਫੈਸਿਲਿਟ ਕੀਤੀ ਜਾਵੇ, ਜਾਂ ਤੁਸੀਂ ਕਹੋ ਵੀ ਘਰਾਂ ਦੇ ਅੰਦਰ ਇਨਕਰੇਜ ਕੀਤੀ ਜਾਵੇ ਵੀ ਹੋਰ ਇਨਵੈਸਟਮੈਂਟ ਕਰਨ ਕੰਪਨੀਆਂ, ਉਹ ਚੀਜ਼ ਐਸੀ ਹੈ ਨਹੀਂ ਸਰ। ਅੱਛਾ, ਇੱਕ ਗੁਰਿੰਦਰ ਦਾ ਕੌਮੈਂਟ ਹੈ, ਇਹ ਵੀ ਇੱਕ ਕੈਨੇਡੀਅਨ ਦਾ ਸੈਕਸ਼ਨ ਇਹ ਮਹਿਸੂਸ ਕਰਦਾ ਕਿ ਟੈਕਸ ਨੈਟ ਨੀਡਸ ਟੂ ਬੀ ਵਾਈਡਨ ਐਂਡ ਮੇਡ ਮੋਰ ਸਟ੍ਰਿਕਟ। ਇਹ ਕਹਿੰਦੇ ਆਮ ਸਿਕ ਐਂਡ ਟਾਇਰ ਆਫ ਫੀਡਿੰਗ ਪੀਪਲ ਮਲਟੀਪਲ ਚਿਲਡਰਨ ਐਂਡ ਦੇ ਡੋਂਟ ਪੇ ਪੈਨੀ ਇਨ ਟੈਕਸਸ। ਇਹ ਇੱਕ ਸੈਕਸ਼ਨ ਇਹ ਮਹਿਸੂਸ ਕਰਦਾ ਵੀ ਅਸੀਂ ਜਿਹੜੇ ਜੋਬਸ ਕਰਨ ਵਾਲੇ ਨੇ ਸਪੈਸ਼ਲੀ ਵੀ ਟੈਕਸਸ ਜ਼ਿਆਦਾ ਅਸੀਂ ਦਿੰਦੇ, ਜਿਹੜੇ ਟੈਕਸ ਚੋਰੀ ਕਰਨ ਵਾਲਾ ਹਿੱਸਾ ਹੈ ਉਹ ਬਹੁਤ ਵੱਡਾ, ਅਤੇ ਉਹਦੇ ਬਾਰੇ ਸਰਕਾਰ ਕੋਲ ਕੁਛ ਹੈ ਨਹੀਂ ਕਰਨ ਵਾਲਾ। ਦੇਖੋ ਸਰ, ਜਿਹਦੇ ਬੱਚੇ ਜ਼ਿਆਦਾ ਆ ਉਹ ਟੈਕਸ ਚੋਰੀ ਤਾਂ ਨਹੀਂ ਕਰ ਰਿਹਾ ਵਿਚਾਰਾ, ਮਤਲਬ ਇੱਕ ਪਾਸੇ ਤੁਸੀਂ ਪਾਪੂਲੇਸ਼ਨ ਦੀ ਵੀ ਪ੍ਰੋਬਲਮ ਹੈ ਨਾ। ਯੂ ਵਾਂਟ ਟੂ ਐਨਕਰੇਜ ਕੈਨੇਡੀਅਨਸ ਟੂ ਹੈਵ ਮੋਰ ਕਿਡਸ। ਨਹੀਂ, ਮੇਨ ਕੰਸਰਨ ਤਾਂ ਇਹਨਾਂ ਦਾ ਕਿ ਜਿਹੜਾ ਟੈਕਸ ਵਾਲਾ ਸਿਸਟਮ ਹੈ ਇਹਦੇ 'ਚ ਸਾਰੇ ਕਵਰ ਨਹੀਂ ਹੋ ਰਹੇ। ਹਾਂ, ਡੈਫੀਨੇਟਲੀ ਸਰ, ਜਦੋਂ ਤੁਸੀਂ ਇੱਕ ਲਾਠੀ ਨਾਲ ਸਾਰਿਆਂ ਨੂੰ ਤਾਂ ਨਹੀਂ ਹਾਕਦੇ ਹੈਗੇ। ਉਹ ਕੁਛ ਲੋਕ ਜ਼ਿਆਦਾ ਟੈਕਸ ਪੇ ਕਰਨਗੇ, ਕੁਛ ਘੱਟ ਪੇ ਕਰਨਗੇ। ਇਹ ਐਂਡ ਅਗੇਨ ਦਿਸ ਗਵਰਨਮੈਂਟ ਇਜ਼ ਨਾਟ ਜਿਸ ਤਰ੍ਹਾਂ ਕਿ ਤੁਸੀਂ ਕਹੋ ਕੰਜ਼ਰਵੇਟਿਵ ਗਵਰਨਮੈਂਟ ਹੈ ਵਿਚ ਇਜ਼ ਮੋਰ ਟੂਵਰਡਸ ਕੈਪੀਟਲਿਜ਼ਮ। ਸੋ ਦੇ ਆਰ ਮਿਡ ਸੈਂਟਰ ਨਾ। ਇਹ NDP ਵਰਕਣ ਹੈਗੇ ਵੀ ਵਰਕਰਾਂ ਨੂੰ ਬੈਨੀਫਿਟ ਸਾਰੇ ਫ੍ਰੀ ਦੇ ਦਿਓ ਅਤੇ ਇੰਡਸਟਰੀ ਸਾਰੀ ਬੰਦ ਹੋ ਜਾਏ। ਸੋ ਦੇ ਹੈਵ ਟੂ ਬੀ ਬੈਲੈਂਸਡ। ਔਰ ਇਹਦੇ ਅੰਦਰ ਕੁਛ ਲੋਕ ਜਿਸ ਤਰ੍ਹਾਂ ਮੇਰੇ ਵਰਗੇ ਲੋਕ ਹੈ, ਗੁਰਿੰਦਰ ਜੀ ਵਰਗੇ ਲੋਕ ਹੈ, ਮਹਿਸੂਸ ਵੀ ਕਰਦੇ ਆ ਵੀ ਸਾਡੇ ਲਈ ਕੁਛ ਹੈ ਹੀ ਨਹੀਂ। ਪਰ ਚੰਗੀ ਗੱਲ ਵੀ ਇਹ ਹੈ ਕਿ ਸਾਨੂੰ ਇਹੋ ਜਿਹੀ ਇੰਨੀ ਵੱਡੀ ਪ੍ਰੋਬਲਮ ਵੀ ਨਹੀਂ ਕਿ ਵੀ ਅਸੀਂ ਉਹ ਲੈਸ ਦੈਨ 30,000 ਇਨਕਮ 'ਚ ਹੈਗੇ ਹਾਂ, ਜਾਂ ਸਾਨੂੰ ਇਹ ਹੁਣ $500-550 ਨਿਆਣਿਆਂ ਦਾ ਮਿਲ ਰਿਹਾ ਅਤੇ ਉਹਦੇ ਨਾਲ ਹੀ ਸਾਡੀ ਰੋਟੀ ਪਾਣੀ ਚੱਲ ਰਹੀ ਹੈ। ਅਤੇ ਚੰਗੀ ਗੱਲ ਵੀ ਹੈ ਔਰ ਮਾੜੀ ਗੱਲ ਇਹ ਕਿ ਸਾਡੇ ਲਈ ਕੁਛ ਹੈ ਵੀ ਨਹੀਂ ਸਰ। ਕਿਉਂਕਿ ਇੱਕ ਸੈਕਸ਼ਨ ਅਕਸਰ ਇਹ ਗੱਲਬਾਤ ਹੁੰਦੀ ਹੈ ਜੀ ਕਿ ਜੀ ਜਿਹੜੇ ਲੋਕ ਜੋਬਸ ਨਹੀਂ ਕਰਦੇ ਜੀ ਉਹਨਾਂ ਕੋਲ ਟੈਕਸ ਤੋਂ ਬਚਣ ਦੇ ਬਹੁਤ ਤਰੀਕੇ ਹੁੰਦੇ ਨੇ, ਪਰ ਜਿਹੜਾ ਜੋਬ ਕਰਨ ਵਾਲਾ ਉਹ ਆਪਣੀ ਇਨਕਮ ਦਾ ਅੱਛਾ ਖਾਸਾ ਹਿੱਸਾ ਟੈਕਸ ਦੇ ਵਿੱਚ ਦੇ ਦਿੰਦਾ। ਯੂ ਮੀਨ ਟੂ ਸੇ ਸੈਲਫ ਇੰਪਲੋਇਡ? ਹਾਂਜੀ, ਸੈਲਫ ਇੰਪਲੋਇਡ ਵਰਸਿਸ ਦ ਇੰਪਲੋਈਜ਼। ਹਾਂ, ਡੈਫੀਨੇਟਲੀ ਸਰ, ਸੈਲਫ ਇੰਪਲੋਇਡ ਜਿਹੜਾ ਹੁੰਦਾ ਹੈ, ਐਂਟਰਪ੍ਰੇਨਿਓਰ ਜਿਹੜਾ ਹੁੰਦਾ ਹੈ, ਬਿਜ਼ਨਸਮੈਨ ਜਿਹੜਾ ਹੁੰਦਾ ਹੈ, ਉਹਦੇ ਕੋਲ ਬਹੁਤ ਸਾਰੇ ਐਕਸਪੈਂਸਿਸ ਹੁੰਦੇ ਨੇ। ਇਟਸ ਵਾਈਡਲੀ ਓਵਰ ਦਾ ਗਲੋਬ, ਨਾਟ ਇਨ ਦਿਸ ਕੰਟਰੀ ਓਨਲੀ। ਕਿਸੇ ਵੀ ਕੰਟਰੀ ਜਾਓਗੇ ਪਰ ਉਹਦੇ ਅਗੇਨ ਦੇਰ ਆ ਪ੍ਰੋਜ਼ ਐਂਡ ਕੌਨਸ ਹੈਗੇ ਆ। ਜਿਹੜਾ ਸੈਲਫ ਇੰਪਲੋਇਡ ਹੁੰਦਾ ਸਰ, ਉਹਨੇ ਕੋਈ ਟਾਈਮ ਦੇਖ ਕੇ ਨਹੀਂ ਵੀ ਸਵੇਰੇ 8 ਵਜੇ ਨੂੰ ਡਿਊਟੀ 'ਤੇ ਜਾਣਾ। ਉਹਨੂੰ ਕਈ ਵਾਰੀ 6 ਵਜੇ ਵੀ ਜਾਣਾ ਪੈਂਦਾ, ਕਈ ਵਾਰ ਨੂੰ 10 ਵਜੇ ਵੀ ਜਾਣਾ ਪੈਂਦਾ, ਕਈ ਵਾਰ ਨੂੰ 16 ਘੰਟੇ ਵੀ ਕੰਮ ਕਰਨਾ ਪੈਂਦਾ। ਟੇਕ ਦ ਐਗਜ਼ਾਮਪਲ ਆਫ ਟਰੱਕ ਡਰਾਈਵਰਸ, 18 ਘੰਟੇ 24 ਘੰਟੇ ਵੀ ਕੰਮ ਕਰਨਾ ਪੈਂਦਾ। ਇੰਪਲੋਈ ਦੀ ਤਰ੍ਹਾਂ ਨਹੀਂ ਹੈ ਵੀ 8 ਘੰਟੇ ਆ ਕੇ ਉਹ ਸੋ ਗਿਆ ਵੀ ਮੇਰਾ ਤਾਂ ਟਾਈਮ ਪੂਰਾ ਹੋ ਗਿਆ, ਮੈਂ ਇੰਨੇ ਘੰਟੇ ਲਾ ਲਏ, ਦੈਟਸ ਇਟ, ਬਾਕੀ ਮੇਰੀ ਰਿਸਪੋਂਸੀਬਿਲਿਟੀ ਨਹੀਂ ਹੈਗੀ। ਸੈਲਫ ਇੰਪਲੋਇਡ ਕੋਲ ਰਿਸਕ ਟੇਕਿੰਗ ਕੈਪੈਸਿਟੀ ਵੀ ਜ਼ਿਆਦਾ ਹੁੰਦੀ ਹੈ, ਉਹ ਰਿਸਕ ਵੀ ਜ਼ਿਆਦਾ ਲੈਂਦਾ, ਉਹ ਸਟ੍ਰੈਸ ਵੀ ਜ਼ਿਆਦਾ ਲੈਂਦਾ ਅਤੇ ਉਹਦੇ ਐਕਸਪੈਂਸਿਸ ਵੀ ਜ਼ਿਆਦਾ ਹੁੰਦੇ ਨੇ। ਸੋ ਇਟ ਇਜ਼ ਬੋਥ ਸਾਈਡ ਸਰ। ਬਹੁਤ ਸ਼ੁਕਰੀਆ ਜੀ। ਮਤਲਬ ਖੈਰ ਆਪਾਂ ਚਲੇ ਗਏ ਸੀ ਗੁਰਿੰਦਰ ਦੇ ਸਵਾਲ ਕਰਕੇ ਦੂਜੇ ਪਾਸੇ ਵਾਪਸ। ਜਿਹੜਾ ਬਜਟ ਦੇ ਜਿਹੜੇ ਮੇਨ ਕੰਸਰਨ ਨੇ, ਕੋਈ ਹੋਰ ਜਿਹੜੀ ਚੀਜ਼ ਬਜਟ ਬਾਰੇ ਜਿਹੜੀ ਤੁਸੀਂ ਮਹਿਸੂਸ ਕਰਦੇ ਹੋ, ਜਾਂ ਜਿਹੜੀ ਤੁਸੀਂ ਇਹਨਾਂ ਦਿਨਾਂ 'ਚ ਜਿਹੜੇ ਹੋਰ ਕੌਮੈਂਟ ਆਏ ਨੇ ਇਕੋਨੋਮਿਸਟ ਦੇ ਜਾਂ ਕੌਮੈਂਟੇਟਰ ਦੇ, ਕੋਈ ਹੋਰ ਚੀਜ਼ ਐਡ ਕਰਨੀ ਚਾਹੋ? ਇਸ ਇਜ਼ ਜਸਟ ਅ ਸੇਮ ਲੇਮ ਡਕ ਬਜਟ। ਕੋਈ ਇੰਨਾ ਐਂਥੂਜ਼ੀਆਜ਼ਮ ਵਾਲਾ ਵੀ ਨਹੀਂ ਹੈ, ਦੂਜੇ ਪਾਸੇ ਕੋਈ ਇੰਨਾ ਡਰਾਵਨਾ ਵੀ ਨਹੀਂ ਹੈਗਾ। ਕਈ ਵਾਰੀ ਹੁੰਦਾ ਕਈਆਂ ਨੂੰ ਬਹੁਤ ਸਾਰੇ ਟੈਕਸ ਲੱਗ ਜਾਂਦੇ ਆ, ਕੋਈ ਐਸਾ ਵੀ ਨਹੀਂ ਹੈਗਾ। ਸੋ ਇਟ ਇਜ਼ ਜਸਟ ਅ ਰੈਗੂਲਰ ਬਜਟ
ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਸੀ, ਇਸ ਬਜਟ 'ਚ ਵੂਮਨ ਬਾਰੇ ਘੱਟ, ਇਨੋਵੇਸ਼ਨ ਬਾਰੇ ਜ਼ਿਆਦਾ ਗੱਲ ਕੀਤੀ ਗਈ ਹੈ, ਵਰਕਰਸ ਬਾਰੇ ਘੱਟ, ਇਨਵੈਸਟਮੈਂਟ ਬਾਰੇ ਜ਼ਿਆਦਾ ਗੱਲ ਕੀਤੀ ਗਈ ਹੈ। ਕਿਉਂਕਿ ਕੋਈ ਵੀ ਬਜਟ ਹੈ, ਤੁਸੀਂ ਦੇਖੋ, ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਜਦੋਂ ਕੀ ਨਾਂ ਸੀ, ਜਦੋਂ ਜਾਰਜ ਬੁਸ਼ ਤੋਂ ਬਾਅਦ ਓਬਾਮਾ ਬਿਕੇਮ ਦ ਪ੍ਰੈਜ਼ੀਡੈਂਟ, ਇਨ ਅ ਫਸਟ ਹਿਸ ਬਜਟ ਸਟੇਟਮੈਂਟ ਉਹਨੇ ਇਕਾਨਮੀ ਵਰਡ ਇੰਨੀ ਵਾਰੀ ਯੂਜ਼ ਕੀਤਾ ਸੀ, ਉਸ ਤੋਂ 8 ਟਾਈਮਸ ਜਿੰਨਾ ਕਿ ਬੁਸ਼ ਨੇ 8 ਸਾਲ 'ਚ ਯੂਜ਼ ਕੀਤਾ ਸੀ, ਇਨ ਵਨ ਸਟੇਟਮੈਂਟ ਓਨਲੀ। So that tells you where the emphasis is. So emphasis ਇਹਦੇ ਅੰਦਰ ਜਿਹੜਾ ਹੈ, ਜੇ ਇਹਦਾ ਸਾਈਕੋ ਐਨਾਲਿਸਿਸ ਕਰਨਾ ਹੋਵੇ ਲੈਂਗੁਏਜ ਤੋਂ, ਤਾਂ ਤੁਸੀਂ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਇਸ ਵੇਲੇ ਇਸ ਪੱਖ ਤੋਂ ਫੋਕਸ ਇਹਨਾਂ ਚੀਜ਼ਾਂ ਤੇ ਹੈ। Yes, more towards the investments, more towards the innovations than the workers or at the present circumstances. ਇਹ ਵੀ ਤਾਂ ਹੋ ਸਕਦਾ ਸਿਰਫ ਲੈਂਗੁਏਜ ਹੀ ਹੋਏ। ਸਰ ਲੈਂਗੁਏਜ ਵੀ ਜਿਹੜੀ ਤੁਸੀਂ ਐਨਾਲਿਸਿਸ ਕਰਦੇ ਆ, ਵਰਡ ਤੋਂ ਹੀ ਪਤਾ ਲੱਗ ਜਾਂਦਾ ਹੈ। ਇੱਕ ਵਰਡ ਤੁਸੀਂ ਕਿੰਨੀ ਵਾਰੀ ਯੂਜ਼ ਕਰ ਰਹੇ, ਪਤਾ ਲੱਗ ਜਾਂਦਾ ਤੁਹਾਡਾ ਐਮਫੈਸਿਸ ਕਿੱਥੇ ਹੈਗਾ। ਹਾਂਜੀ ਜੀ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ, ਤੁਸੀਂ ਟਾਈਮ ਕੱਢਿਆ। ਅਤੇ ਵੈਸੇ ਮੈਂ ਮੰਨਦਾ ਕਿ ਜਿਹੜਾ ਬਜਟ ਡਾਕੂਮੈਂਟ ਹੈ, ਇਹਨੂੰ ਚੰਗੀ ਤਰ੍ਹਾਂ ਪੜ੍ਹਨ ਲਈ, ਸਟੱਡੀ ਕਰਨ ਲਈ ਕੁਛ ਦਿਨ ਲੱਗਦੇ ਨੇ। ਯੈਸ। ਸੋ ਇਸ ਕਰਕੇ ਜਿਹੜਾ ਇਹਦਾ ਐਨਾਲਿਸਿਸ ਕਈ ਦਿਨ ਚੱਲਦਾ ਰਹਿੰਦਾ, ਕਿਉਂਕਿ ਕੱਲ੍ਹ ਬਜਟ ਆਇਆ ਅਤੇ ਕਿ ਪੂਰੇ ਦਾ ਪੂਰਾ ਬਜਟ ਸਾਰਿਆਂ ਨੇ ਅੱਜ ਹੀ ਪੜ੍ਹ ਲਿਆ ਹੋਏ, ਮੇਰਾ ਖਿਆਲ ਹੈ ਬਹੁਤ ਥੋੜ੍ਹੇ ਹੋਣਗੇ, ਬਹੁਤ ਮੁਸ਼ਕਿਲ ਹੈ ਜੀ। ਅਤੇ ਪਰ ਇਹ ਮੁੱਢਲੇ ਇੰਪਰੈਸ਼ਨ ਨੇ, ਮੈਂ ਸਮਝਦਾ, ਜਿਹੜੇ ਆਪਾਂ ਅੱਜ ਸ਼ੇਅਰ ਕੀਤੇ ਨੇ। ਅਤੇ ਆਉਣ ਵਾਲੇ ਦਿਨਾਂ ਦੇ 'ਚ ਇਹਨੂੰ ਹੋਰ ਚੰਗੀ ਤਰ੍ਹਾਂ ਸਮਝਣ ਦਾ ਮੌਕਾ ਮਿਲੇਗਾ, ਅਤੇ ਜਿਹੜੇ ਕੁਛ ਗੱਲਾਂ ਹੋਈਆਂ ਇੰਪੋਰਟੈਂਟ, ਉਹਨਾਂ 'ਤੇ ਆਪਾਂ ਫਿਰ ਵੀ ਗੱਲਬਾਤ ਕਰਾਂਗੇ। ਥੈਂਕ ਯੂ ਤੁਹਾਡਾ ਇੱਕ ਵਾਰ ਫਿਰ ਤੁਸੀਂ। ਥੈਂਕ ਯੂ ਸ਼ਮਿਲ ਜੀ। I'll see you on a Friday again. We'll talk about economy and the housing market and the stock market. Thank you.